ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਿਓ ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਹਾਂਗੀਰ ਨੂੰ ਮਿਲਣ ਵਾਸਤੇ ਅੰਮ੍ਰਿਤਸਰ ਤੋਂ ਚੱਲ ਕੇ ਦਿੱਲੀ ਪਹੁੰਚ ਗਏ। ਜਹਾਂਗੀਰ ਗੁਰੂ ਜੀ ਨੂੰ ਮਿਲ ਕੇ ਬਹੁਤ ਹੀ ਪ੍ਰਸੰਨ ਹੋਇਆ। ਇੱਕ ਚੰਗੀ ਥਾਂ ਵੇਖ ਕੇ ਗੁਰੂ ਜੀ ਦਾ ਉਸਨੇ ਡੇਰਾ ਕਰਵਾਇਆ। ਭਾਰੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗੀ। ਡੇਰੇ ਵਿੱਚ ਸਾਰੇ ਲੋਕ ਸਤਨਾਮ ਦਾ ਸਿਮਰਨ ਕਰਦੇ ਸਨ। ਇੰਜ ਅਨੁਭਵ ਹੁੰਦਾ ਸੀ ਜਿਵੇਂ ਅੰਮ੍ਰਿਤ ਵਰਖਾ ਹੋ ਰਹੀ ਹੋਵੇ। ਸਵੇਰ ਹੋਣ ਤੱਕ ਸਤਿਗੁਰੂ ਜੀ ਦੀ ਬਾਣੀ ਨੂੰ ਬੜੇ ਪ੍ਰੇਮ ਨਾਲ ਪੜ੍ਹਦੇ ਸੁਣਦੇ ਸਨ। ਰਬਾਬੀ ਆਸਾ ਜੀ ਦੀ ਵਾਰ ਦਾ ਗਾਇਨ ਕਰਦੇ ਸਨ ਅਤੇ ਸੁੰਦਰ ਢੰਗ ਨਾਲ ਰਾਗ ਰਾਗਣੀਆਂ ਦਾ ਅਲਾਪ ਕਰਦੇ ਸਨ। ਗੁਰੂ ਜੀ ਦੇ ਕੱਪੜੇ ਸੁੰਦਰ ਕੋਮਲ ਸਨ। ਬਹੁਤ ਪੱਲਿਆਂ ਵਾਲਾ ਜਾਮਾ ਗੁਰੂ ਜੀ ਨੇ ਪਹਿਨਿਆ ਹੋਇਆ ਸੀ। ਸੁੰਦਰ ਰੰਗਦਾਰ ਦਸਤਾਰ ਸਜਾਈ ਹੋਈ ਸੀ, ਜਿਹੜੀ ਸੀਸ 'ਤੇ ਸਜਾਈ ਹੋਈ ਬੜੀ ਸ਼ੋਭਾ ਪਾ ਰਹੀ ਸੀ। ਜਿਗ੍ਹਾ ਉੱਤੇ ਹੀਰੇ ਜਵਾਹਰਾਤ ਜੜੇ ਹੋਏ ਸਨ। ਕਲਗੀ ਉੱਤੇ ਮੋਤੀਆਂ ਦੇ ਗੁੱਛੇ ਪਰੋਏ ਹੋਏ ਸਨ। ਸੋਨੇ ਨਾਲ ਜੜਿਆ ਹੋਇਆ ਵੱਡਾ ਪਲੰਘ ਸੀ। ਸੁੰਦਰ ਕੱਪੜੇ ਵਿਛਾਉਣ ਕਰਕੇ ਬੜਾ ਨਰਮ ਅਤੇ ਸੁਹਾਵਣਾ ਲੱਗ ਰਿਹਾ ਸੀ। ਗੁਰੂ ਜੀ ਪਲੰਘ ਉੱਤੇ ਬੈਠ ਕੇ ਮਹਾਨ ਦੀਵਾਨ ਲਗਾਉਂਦੇ ਸਨ। ਯੋਧੇ ਕਈ ਪ੍ਰਕਾਰ ਦੇ ਸ਼ਸਤਰ ਧਾਰਨ ਕਰਕੇ ਗੁਰੂ ਜੀ ਦੇ ਦਰਸ਼ਨ ਕਰਦੇ ਸਨ। ਸਾਰੀ ਸੰਗਤ ਦੀਆਂ ਮਨੋਕਾਮਨਾਵਾਂ ਗੁਰੂ ਜੀ ਦੇ ਦਰਸ਼ਨ ਕਰਕੇ ਪੂਰੀਆਂ ਹੁੰਦੀਆਂ ਸਨ। ਨਗਰ ਤੋਂ ਲੈ ਕੇ ਗੁਰੂ ਜੀ ਦੇ ਨਿਵਾਸ ਤੱਕ ਸੰਗਤ ਦੀ ਭਾਰੀ ਲਾਈਨ ਲੱਗ ਜਾਂਦੀ ਸੀ। ਸੰਗਤ ਕਹਿੰਦੀ ਸੀ, ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਸੈਂਕੜੇ ਕੋਹਾਂ 'ਤੇ ਜਾਂਦੇ ਸੀ, ਉਹ ਸੁਖਦਾਤੇ ਸਾਡੇ ਘਰ ਆਏ ਹਨ। ਸਾਡੇ ਵਿੱਚੋਂ ਕੋਈ ਮੰਦੇ ਭਾਗਾਂ ਵਾਲਾ ਹੋਵੇਗਾ ਜਿਹੜਾ ਜਾ ਕੇ ਗੁਰੂ ਜੀ ਦੇ ਦਰਸ਼ਨ ਨਹੀਂ ਕਰੇਗਾ। ਇਸੇ ਤਰ੍ਹਾਂ ਇੱਕ ਦਿਨ ਗੁਰੂ ਜੀ ਦੀਵਾਨ ਸਜਾ ਕੇ ਬੈਠੇ ਸਨ। ਇੰਨੇ ਵਿੱਚ ਵਜ਼ੀਰ ਖਾਂ ਆ ਗਿਆ। ਗੁਰੂ ਜੀ ਦੇ ਚਰਨ ਕਮਲਾਂ ਉੱਤੇ ਉਸਨੇ ਸਿਰ ਨਿਵਾਇਆ। ਗੁਰੂ ਜੀ ਨੇ ਬੜੇ ਆਦਰ ਨਾਲ ਉਸ ਨੂੰ ਬਿਠਾਇਆ। ਗੁਰੂ ਜੀ ਦਾ ਸਰੂਪ ਵੇਖ ਕੇ ਸ੍ਰੇਸ਼ਟ ਪ੍ਰੇਮ ਜਾਗਿਆ। ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਬਾਦਸ਼ਾਹ ਸਲਾਮਤ ਬੜਾ ਪ੍ਰੇਮ ਧਾਰਨ ਕਰਕੇ ਆਪ ਜੀ ਨੂੰ ਯਾਦ ਕਰ ਰਿਹਾ ਹੈ। ਆਪ ਜੀ ਦੇ ਦਰਸ਼ਨ ਕਰਨ ਦੀ ਉਹਨਾਂ ਦੀ ਬੜੀ ਚਾਹ ਹੈ। ਆਪ ਜੀ ਦੇ ਅਨੇਕਾਂ ਗੁਣ ਸੁਣ ਸੁਣ ਕੇ ਉਹ ਸਹਿਜ ਸੁਭਾਅ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਨ। ਕਿਰਪਾ ਕਰਕੇ ਉਹਨਾਂ ਦੇ ਪਾਸ ਚੱਲੋ। ਤੁਸੀਂ ਮਿੱਤਰਾਂ ਨੂੰ ਸੁੱਖ ਦਿੰਦੇ ਹੋ ਤੇ ਵੈਰੀਆਂ ਦਾ ਨਾਸ਼ ਕਰਦੇ ਹੋ। ਗੁਰੂ ਜੀ ਨੇ ਵਜ਼ੀਰ ਖਾਨ ਨੂੰ ਕਿਹਾ, ਹੁਣ ਬਹੁਤ ਸੰਗਤ ਚੱਲ ਕੇ ਆਈ ਹੈ। ਬੜੀ ਸ਼ਰਧਾ ਧਾਰ ਕੇ ਦਰਸ਼ਨ ਕਰਕੇ ਸੁੱਖ ਪਾ ਰਹੇ ਹਨ। ਇਹਨਾਂ ਦੀ ਮਨੋਕਾਮਨਾ ਪੂਰੀ ਹੋਵੇ ਅਤੇ ਸਾਰੇ ਕੜਾਹ ਪ੍ਰਸ਼ਾਦ ਪ੍ਰਾਪਤ ਕਰ ਲੈਣ। ਗੁਰੂ ਦਾ ਪ੍ਰਸ਼ਾਦ ਲੈ ਕੇ ਘਰ ਵਿੱਚ ਵਰਤਾਉਂਦੇ ਹਨ ਤੇ ਸਾਰੇ ਪਰਿਵਾਰ ਦਾ ਜਨਮ ਸਫਲ ਕਰਦੇ ਹਨ। ਬਹੁਤ ਪ੍ਰੇਮੀ ਦਰਸ਼ਨ ਵਾਸਤੇ ਆਏ ਹਨ। ਅਸੀਂ ਇਹਨਾਂ ਨੂੰ ਛੱਡ ਕੇ ਕਿਵੇਂ ਜਾ ਸਕਦੇ ਹਾਂ? ਜਦ ਇਹਨਾਂ ਦੀ ਆਸ ਪੂਰੀ ਹੋ ਜਾਏਗੀ, ਦਰਸ਼ਨ ਕਰ ਕਰ ਆਪਣੇ ਘਰਾਂ ਨੂੰ ਚਲੇ ਜਾਣਗੇ। ਫਿਰ ਅਸੀਂ ਬਾਦਸ਼ਾਹ ਦੇ ਪਾਸ ਜਾਵਾਂਗੇ। ਭਲਾ ਮੇਲ ਕਰਕੇ ਦਿਲ ਪ੍ਰਸੰਨ ਹੋਵੇਗਾ। ਵਜ਼ੀਰ ਖਾਂ ਗੁਰੂ ਜੀ ਤੋਂ ਪ੍ਰਸ਼ਾਦ ਲੈ ਕੇ ਅਤੇ ਆਗਿਆ ਲੈ ਕੇ ਵਾਪਸ ਆ ਗਿਆ ਤੇ ਸਾਰੀ ਗੱਲਬਾਤ ਉਸਨੇ ਆ ਕੇ ਜਹਾਂਗੀਰ ਨੂੰ ਸੁਣਾਈ। ਬਾਅਦ ਵਿੱਚ ਜਦ ਵੀ ਬਾਦਸ਼ਾਹ ਯਾਦ ਕਰਦਾ ਸੀ ਤਾਂ ਉਹ ਗੁਰੂ ਜੀ ਨੂੰ ਆਪਣੇ ਪਾਸ ਬੁਲਾ ਕੇ ਦਰਸ਼ਨ ਕਰਦਾ ਸੀ। ਸ਼ਿਕਾਰ ਕਰਨ ਵਾਸਤੇ ਬਾਹਰ ਜੰਗਲ ਵਿੱਚ ਜਾਂਦੇ ਸਨ। ਸੰਘਣੇ ਵਣ ਫਿਰ ਕੇ ਫਿਰ ਬਾਹਰ ਆਉਂਦੇ ਸਨ। ਬਾਦਸ਼ਾਹ ਨੂੰ ਗੁਰੂ ਜੀ ਬਾਰੇ ਪਤਾ ਲੱਗਾ ਕਿ ਉਹਨਾਂ ਨੂੰ ਸ਼ਿਕਾਰ ਖੇਡਣ ਨਾਲ ਬਹੁਤ ਪ੍ਰੇਮ ਹੈ। ਇੱਕ ਦਿਨ ਗੁਰੂ ਜੀ ਨੂੰ ਆਪਣੇ ਨਾਲ ਲੈ ਕੇ ਘੋੜਿਆਂ 'ਤੇ ਚੜ੍ਹ ਕੇ ਸ਼ਿਕਾਰ ਖੇਡਣ ਗਏ। ਸ਼ਿਕਾਰੀ ਮਹਿਕਮੇ ਦੇ ਅਫਸਰਾਂ ਨੇ ਛਿਕੜੇ ਲੈ ਲਏ ਤੇ ਸ਼ਿਕਾਰੀ ਜ਼ੁਰਰੇ, ਬਾਜ, ਕੁੱਤੇ ਅਤੇ ਕੂਹੀਆਂ ਲੈ ਲਈਆਂ। ਸ਼ਿਕਾਰ ਵਾਸਤੇ
ਗੱਡਿਆਂ ਉੱਤੇ ਚਿੱਤਰੇ ਚੜਾਏ ਹੋਏ ਸਨ। ਜਦ ਜੰਗਲ ਵਿੱਚ ਦਾਖਲ ਹੋਏ ਤਾਂ ਹਿਰਨ ਭੈਭੀਤ ਹੋ ਗਏ। ਸ਼ਿਕਾਰੀ ਪੰਛੀ ਦੂਸਰੇ ਪੰਛੀਆਂ ਨੂੰ ਝਪੱਟਾ ਮਾਰ ਕੇ ਫੜ ਲੈਂਦੇ ਸਨ। ਸੂਰਾਂ, ਸਹਿਆਂ, 12 ਸਿੰਘਿਆਂ ਅਤੇ ਹਿਰਨਾਂ ਨੂੰ ਬੰਦੂਕਾਂ ਨਾਲ ਮਾਰ ਦਿੰਦੇ ਸਨ। ਕਈਆਂ ਨੂੰ ਤੀਰਾਂ ਅਤੇ ਤਲਵਾਰਾਂ ਨਾਲ ਮਾਰ ਦਿੰਦੇ ਸਨ। ਪਾੜਿਆਂ ਨੂੰ ਗੁਰੂ ਜੀ ਨੇ ਘੇਰ ਘੇਰ ਕੇ ਮਾਰਿਆ। ਬੜੀ ਫੁਰਤੀ ਨਾਲ ਤੀਰ ਚਲਾਏ। ਆਪਣੇ ਅੱਗੇ ਤੋਂ ਕਿਸੇ ਨੂੰ ਵੀ ਜਾਣ ਨਾ ਦਿੱਤਾ। ਬਾਦਸ਼ਾਹ ਵੇਖ ਕੇ ਬਹੁਤ ਪ੍ਰਸੰਨ ਹੋਇਆ। ਸ਼ਸਤਰ ਵਿਦਿਆ ਵਿੱਚ ਬਹੁਤ ਮਹਾਨ ਸਮਝੇ। ਸਾਰਾ ਤਮਾਸ਼ਾ ਵੇਖ ਕੇ ਦਿਲ ਵਿੱਚ ਬੜੇ ਪ੍ਰਸੰਨ ਹੋਏ। ਇਸੇ ਤਰ੍ਹਾਂ ਇੱਕ ਦਿਨ ਬਾਦਸ਼ਾਹ ਨੂੰ ਇੱਕ ਖਬਰ ਮਿਲੀ ਕਿ ਕਿਸੇ ਥਾਂ ਇੱਕ ਮਹਾਨ ਬਲੀ ਸ਼ੇਰ ਰਹਿੰਦਾ ਹੈ। ਬਾਦਸ਼ਾਹ ਨੇ ਸਾਰਿਆਂ ਨੂੰ ਕਿਹਾ, ਉਸ ਪਾਸੇ ਵੱਲ ਕੂਚ ਕਰੋ ਜਿੱਥੇ ਵੱਡੇ ਬਲਵਾਨ ਸ਼ੇਰ ਬਾਰੇ ਸੁਣਿਆ ਹੈ। ਫਿਰ ਬਾਦਸ਼ਾਹ ਗੁਰੂ ਜੀ ਨੂੰ ਨਾਲ ਲੈ ਕੇ ਹਾਥੀ ਉੱਤੇ ਚੜ੍ਹ ਕੇ ਉਸ ਪਾਸੇ ਵੱਲ ਚੱਲ ਪਿਆ। ਜਦ ਜੰਗਲ ਵਿੱਚ ਉਸ ਦੀ ਖੋਜ ਕੀਤੀ ਤਾਂ ਸ਼ੇਰ ਭਬਕਾਂ ਮਾਰਦਾ ਹੋਇਆ ਨਿਕਲਿਆ। ਉਸ ਨੂੰ ਵੇਖ ਕੇ ਕਈ ਸੂਰਮੇ ਭੱਜ ਗਏ। ਉਸ ਦੀ ਆਵਾਜ਼ ਸੁਣ ਕੇ ਕੋਈ ਨੇੜੇ ਨਹੀਂ ਸੀ ਆ ਰਿਹਾ। ਘੋੜੇ ਠਠੰਬਰ ਗਏ ਤੇ ਉਹਨਾਂ ਦਾ ਮਲ ਮੂਤਰ ਨਿਕਲ ਗਿਆ। ਉਸ ਪਾਸੇ ਇੰਨੀ ਭਿਆਨਕਤਾ ਸੀ ਕਿ ਨਾ ਉੱਧਰ ਹਾਥੀ ਜਾਂਦੇ ਸਨ ਅਤੇ ਨਾ ਹੀ ਘੋੜੇ ਤੁਰਦੇ ਸਨ। ਬਾਦਸ਼ਾਹ ਦਾ ਹਾਥੀ ਕਿਸੇ ਤਰ੍ਹਾਂ ਵੀ ਖਲੋਂਦਾ ਨਹੀਂ ਸੀ, ਜਿਵੇਂ ਮਹਾਨ ਸੂਰਮੇ ਸਾਹਮਣੇ ਡਰਪੋਕ ਨਹੀਂ ਖਲੋਂਦਾ ਹੈ। ਜਦ ਫਿਰ ਬਾਦਸ਼ਾਹ ਨੇ ਗੁਰੂ ਜੀ ਨੂੰ ਬੜੇ ਧੀਰਜ ਨਾਲ ਨਿਡਰ ਖੜੇ ਹੋਏ ਵੇਖਿਆ ਤਾਂ ਉਸਨੇ ਗੁਰੂ ਜੀ ਨੂੰ ਕਿਹਾ, ਤੁਸੀਂ ਹੀ ਇਸ 'ਤੇ ਵਾਰ ਕਰੋ ਜਦ ਤੱਕ ਇਹ ਕਿਸੇ ਹੋਰ ਨੂੰ ਮਾਰ ਨਾ ਦੇਵੇ। ਤਦ ਸਤਿਗੁਰੂ ਜੀ ਨੇ ਘੋੜੇ ਨੂੰ ਛੱਡ ਦਿੱਤਾ ਅਤੇ ਤਲਵਾਰ ਅਤੇ ਢਾਲ ਫੜ ਕੇ ਉਸ ਪਾਸੇ ਵੱਲ ਚਲੇ ਗਏ। ਬਾਦਸ਼ਾਹ ਨੂੰ ਕਹਿ ਕੇ ਬੰਦੂਕਾਂ ਚਲਾਉਣੀਆਂ ਬੰਦ ਕਰਵਾ ਦਿੱਤੀਆਂ। ਸਾਰੇ ਤਮਾਸ਼ਾ ਵੇਖਣ ਲੱਗ ਗਏ। ਜਿਸ ਝੱਲ ਵਿੱਚ ਸ਼ੇਰ ਵੜਿਆ ਸੀ ਉਸ ਝੱਲ ਵੱਲ ਸਭ ਦੀਆਂ ਅੱਖਾਂ ਲੱਗੀਆਂ ਹੋਈਆਂ ਸਨ। ਗੁਰੂ ਜੀ ਬੜੇ ਧੀਰਜ ਨਾਲ ਅੱਗੇ ਵਧ ਰਹੇ ਸਨ। ਮਾਨੋ ਸੁੱਤਾ ਹੋਇਆ ਵੀਰ ਰਸ ਜਾਗ ਪਿਆ ਸੀ। ਜੋਸ਼ ਕਾਰਨ ਸਰੀਰ ਦਾ ਰੰਗ ਬੜਾ ਲਾਲ ਸੁਰਖ ਹੋ ਗਿਆ ਸੀ। ਹੱਥ ਵਿੱਚ ਤਲਵਾਰ ਅਤੇ ਢਾਲ ਫੜ ਕੇ ਅੱਗੇ ਵਧ ਰਹੇ ਸਨ। ਗੁਰੂ ਜੀ ਨੇ ਨੇੜੇ ਹੋ ਕੇ ਸ਼ੇਰ ਨੂੰ ਵੰਗਾਰਿਆ ਅਤੇ ਕਿਹਾ, ਬਾਹਰ ਨਿਕਲ, ਹੁਣ ਕਿਉਂ ਸ਼ਕਤੀ ਹਾਰ ਗਿਆ ਹੈ। ਜਦ ਆਹਮਣੇ ਸਾਹਮਣੇ ਦੋਹਾਂ ਦੀਆਂ ਅੱਖਾਂ ਮਿਲੀਆਂ ਤਾਂ ਸ਼ੇਰ ਗਰਜ ਕੇ ਬਾਹਰ ਨਿਕਲਿਆ। ਸ਼ੇਰ ਆਪਣੀ ਲੰਮੀ ਪੂੰਛ ਦੇ ਅਖੀਰਲੇ ਭਾਗ, ਜਿੱਥੇ ਵਾਲਾਂ ਦਾ ਗੁੱਛਾ ਸੀ, ਭਾਵ ਟੋਰ ਨੂੰ ਹਿਲਾ ਰਿਹਾ ਸੀ। ਖੜੇ ਹੋਏ ਸ਼ੇਰ ਦੀ ਗਰਦਨ ਦੇ ਵਾਲ ਬੜੇ ਡਰਾਉਣੇ ਲੱਗ ਰਹੇ ਸਨ। ਸ਼ੇਰ ਦੀ ਲੰਮੀ ਵੇਲ ਸੀ, ਵੱਡੇ ਭਿਆਨਕ ਦੰਦ ਸਨ। ਆਪਣੇ ਸਰੀਰ ਨੂੰ ਵਿਸਤ੍ਰਿਤ ਕਰਦਾ ਹੋਇਆ ਭਬਕਾਂ ਮਾਰਦਾ ਆ ਗਿਆ। ਵੇਖਣ ਵਾਲੇ ਸਾਰੇ ਲੋਕ ਹੈਰਾਨ ਰਹਿ ਗਏ। ਉਹ ਸੋਚਦੇ ਸਨ ਕਿ ਗੁਰੂ ਜੀ ਇਸ ਦੇ ਸਾਹਮਣੇ ਨਹੀਂ ਬਚ ਸਕਣਗੇ। ਅਸੀਂ ਇਸ ਤੋਂ ਪਹਿਲਾਂ ਕਦੀ ਵੀ ਐਡਾ ਵੱਡਾ ਸ਼ੇਰ ਕਿਤੇ ਵੀ ਨਹੀਂ ਵੇਖਿਆ ਹੈ। ਦੂਰ ਖੜੇ ਡਰ ਰਹੇ ਸਨ। ਸਾਰੇ ਮਨੁੱਖ ਵੇਖ ਰਹੇ ਸਨ, ਪਰ ਕੋਈ ਵੀ ਨੇੜੇ ਨਹੀਂ ਸੀ ਆ ਰਿਹਾ। ਗੁਰੂ ਜੀ ਦੇ ਸਾਹਮਣੇ ਆ ਕੇ ਉਸਨੇ ਸਰੀਰ ਨੂੰ ਫੈਲਾਇਆ। ਸਤਿਗੁਰੂ ਜੀ ਨੇ ਧੀਰਜ ਧਾਰ ਕੇ ਉਸ ਵੱਲ ਵੇਖਿਆ। ਖੱਬੇ ਹੱਥ ਵਿੱਚ ਫੜੀ ਹੋਈ ਢਾਲ ਉਸ ਦੇ ਅੱਗੇ ਕਰ ਦਿੱਤੀ ਤੇ ਸਾਰੇ ਜ਼ੋਰ ਨਾਲ ਉਸ ਦੇ ਮੂੰਹ 'ਤੇ ਮਾਰੀ। ਗੁੱਸੇ ਵਿੱਚ ਆ ਕੇ ਬੜੇ ਜ਼ੋਰ ਨਾਲ ਉਸ ਨੂੰ ਧੱਕ ਦਿੱਤਾ। ਫਿਰ ਅੱਗੇ ਹੋ ਕੇ ਪਿੱਛਾ ਕੀਤਾ। ਫਿਰ ਤਲਵਾਰ ਚਮਕੀ ਤੇ ਦਾਅ ਲਾ ਕੇ ਡਿੱਗਦੇ ਹੋਏ ਸ਼ੇਰ ਦੇ ਢਿੱਡ ਵਿੱਚ ਖੋਭ ਦਿੱਤੀ। ਗੁਰੂ ਜੀ ਦੇ ਹੱਥ ਤੋਂ ਐਸੀ ਤਲਵਾਰ ਚੱਲੀ ਕਿ ਸ਼ੇਰ ਦੇ ਪੇਟ ਵਿੱਚ ਫਿਰ ਕੇ ਉਸ ਨੂੰ 2 ਫਾੜ ਕਰ ਗਈ। ਸ਼ੇਰ ਉਲਟੇ ਪੈਰ ਕਰਕੇ ਧਰਤੀ 'ਤੇ ਡਿੱਗ ਪਿਆ। ਮਰਿਆ ਹੋਇਆ ਜਾਣ ਕੇ ਲੋਕ ਵੇਖਣ ਵਾਸਤੇ ਆਏ। ਬਾਦਸ਼ਾਹ ਦੇ ਹਾਥੀ ਨੂੰ ਸੂਏ ਮਾਰ ਕੇ ਬੜੀ ਮੁਸ਼ਕਲ ਨਾਲ ਉਸ ਪਾਸੇ ਵੱਲ ਕੀਤਾ। ਬਾਦਸ਼ਾਹ ਨੇ ਨੇੜੇ ਹੋ ਕੇ ਵੇਖਿਆ ਤੇ ਬਲਵਾਨ ਸ਼ੇਰ ਨੂੰ ਵੇਖ ਕੇ ਬਹੁਤ ਹੈਰਾਨ ਹੋਇਆ। ਸਤਿਗੁਰੂ ਜੀ ਨੂੰ ਉਸਨੇ ਧੰਨ ਧੰਨ ਕਿਹਾ। ਕੋਲ ਖੜੇ ਹੋ ਕੇ ਉਸ ਪਾਸੇ ਵੇਖਣ ਲੱਗੇ। ਸ਼ੇਰ ਦੀ ਜਦ ਜਾਨ ਨਿਕਲੀ ਤਾਂ ਮਹਾਨ ਪ੍ਰਕਾਸ਼ ਹੋਇਆ
ਆਕਾਸ਼ ਵਿੱਚ ਲਾਲੀ ਫੈਲ ਗਈ। ਇਹ ਵੇਖ ਕੇ ਬਾਦਸ਼ਾਹ ਨੇ ਆਪਣੀਆਂ ਅੱਖਾਂ ਉੱਪਰ ਕੀਤੀਆਂ ਅਤੇ ਗੁਰੂ ਜੀ ਨੂੰ ਪੁੱਛਣ ਲੱਗੇ, ਇਸ ਤਰ੍ਹਾਂ ਕੀ ਹੋਇਆ ਹੈ? ਇਹ ਕੌਣ ਸੀ ਅਤੇ ਕਿਵੇਂ ਮਰ ਗਿਆ ਹੈ? ਇਸ ਤਰ੍ਹਾਂ ਦਾ ਪ੍ਰਕਾਸ਼ ਕਿਉਂ ਦਿਖਾਈ ਦਿੱਤਾ ਹੈ? ਪਹਿਲਾਂ ਕਦੀ ਨਹੀਂ ਵੇਖਿਆ ਹੈ, ਇਸ ਕਰਕੇ ਮੈਂ ਹੈਰਾਨ ਹੋਇਆ ਹਾਂ। ਇਹ ਸੁਣ ਕੇ ਸ਼੍ਰੀ ਹਰਗੋਬਿੰਦ ਜੀ ਨੇ ਕਿਹਾ, ਇਸ ਦਾ ਨਾਮ ਕਾਸਮ ਬੇਗ ਜਾਣੋ। ਤੁਸੀਂ ਬੁਲਾ ਕੇ ਪੁੱਛ ਲਓ, ਜੋ ਸੁਣਨਾ ਚਾਹੁੰਦੇ ਹੋ ਉਸ ਦਾ ਉੱਤਰ ਸੁਣ ਲਓ। ਉਸਨੇ ਜਹਾਂਗੀਰ ਦਾ ਨਾਮ ਲੈ ਕੇ ਬੁਲਾਇਆ। ਉਸ ਦਰਖਤ ਦੇ ਉੱਪਰ ਖੜੇ ਹੋ ਕੇ ਉਚਾਰਨ ਕੀਤਾ, ਪਿਛਲੇ ਜਨਮ ਵਿੱਚ ਮੈਂ ਮਨੁੱਖੀ ਜਾਮੇ ਵਿੱਚ ਸੀ, ਹੁਣ ਸ਼ੇਰ ਦੀ ਜੂਨ ਧਾਰ ਕੇ ਇਸ ਜੰਗਲ ਵਿੱਚ ਰਹਿੰਦਾ ਹਾਂ। ਬਾਦਸ਼ਾਹ ਅਕਬਰ ਆਪ ਜੀ ਦੇ ਪਿਤਾ ਜੀ ਸਨ। ਉਹਨਾਂ ਦੇ ਕਬੀਲੇ ਵਿੱਚ ਮੈਂ ਉਹਨਾਂ ਦਾ ਭਰਾ ਲੱਗਦਾ ਸੀ। ਇੱਕ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਪਾਸ ਬਾਦਸ਼ਾਹ ਅਕਬਰ ਦਰਸ਼ਨਾਂ ਦੀ ਆਸ ਲੈ ਕੇ ਗਏ। ਮੈਂ ਵੀ ਬਾਦਸ਼ਾਹ ਅਕਬਰ ਦੇ ਨਾਲ ਸੀ। ਮੈਂ ਇਸ ਦਾ ਬੜਾ ਗੁੱਸਾ ਕੀਤਾ ਕਿ ਬਾਦਸ਼ਾਹ ਹਿੰਦੂਆਂ ਦੀ ਪੂਜਾ ਕਰਨ ਵਾਸਤੇ ਉਹਨਾਂ ਦੇ ਪਾਸ ਜਾਂਦਾ ਹੈ। ਮੇਰਾ ਕੋਈ ਚਾਰਾ ਨਾ ਚੱਲਿਆ ਤੇ ਮੁਖ ਤੋਂ ਬਹੁਤ ਭੈੜੇ ਸ਼ਬਦ ਕਹੇ। ਮਨੁੱਖਾਂ ਨੂੰ ਸੁਣਾ ਕੇ ਮੈਂ ਬਹੁਤ ਨਿੰਦਿਆ ਕੀਤੀ। ਮੇਰੀ ਬੁੱਧੀ ਸੜ ਗਈ ਸੀ। ਰਾਤ ਮੈਂ ਗੋਇੰਦਵਾਲ ਹੀ ਡੇਰਾ ਕੀਤਾ। ਅਚਾਨਕ ਮੇਰੇ ਢਿੱਡ ਵਿੱਚ ਵਿਸ਼ਾਲ ਸੂਲ ਉੱਠਿਆ। ਮੈਂ ਖਾਣੇ ਵਿੱਚ ਕੱਚਾ ਮਾਸ ਖਾ ਗਿਆ, ਜਿਹੜਾ ਮਿਹਦੇ ਵਿੱਚ ਜਾ ਕੇ ਨਾ ਪਚਿਆ। ਮਰਨ ਸਮੇਂ ਮੈਂ ਗੁਰੂ ਜੀ ਅਤੇ ਮਾਸ ਨੂੰ ਮਨ ਵਿੱਚ ਚਿਤਵਨ ਕੀਤਾ। ਪੇਟ ਦੁਖਦਿਆਂ ਹੀ ਮੇਰੀ ਮੌਤ ਹੋ ਗਈ। ਮਾਸ ਦਾ ਦੋਸ਼ ਕਰਕੇ ਸ਼ੇਰ ਦਾ ਸਰੀਰ ਧਾਰਨ ਕੀਤਾ। ਗੁਰੂ ਚਿਤਵਨ ਦਾ ਵੱਡਾ ਫਲ ਪ੍ਰਾਪਤ ਕੀਤਾ। ਆਪ ਸਤਿਗੁਰੂ ਜੀ ਨੇ ਆ ਕੇ ਮੈਨੂੰ ਮਾਰਿਆ ਹੈ, ਭਵਸਾਗਰ ਤੋਂ ਮੇਰਾ ਉਧਾਰ ਕਰ ਦਿੱਤਾ ਹੈ। ਤੁਸੀਂ ਵੱਡੇ ਭਾਗਾਂ ਵਾਲੇ ਹੋ, ਦਰਸ਼ਨ ਕਰ ਰਹੇ ਹੋ, ਜਿਨ੍ਹਾਂ ਦਾ ਧਿਆਨ ਲਾਉਣਾ ਯੋਗੀਆਂ ਦੇ ਸਵਾਮੀ ਨੂੰ ਚੰਗਾ ਲੱਗਦਾ ਹੈ। ਇਸ ਤਰ੍ਹਾਂ ਕਹਿ ਕੇ ਉਹ ਸ਼ੇਰ ਸਵਰਗਾਂ ਵਿੱਚ ਚਲਾ ਗਿਆ। ਇਹ ਸੁਣ ਕੇ ਬਾਦਸ਼ਾਹ ਮਨ ਵਿੱਚ ਬਹੁਤ ਹੈਰਾਨ ਹੋਇਆ। ਉਸ ਦਾ ਰੂਪ ਅਤੇ ਆਕਾਰ ਨਾ ਵੇਖ ਸਕਿਆ। ਜਿਵੇਂ ਦਰਖਤ 'ਤੇ ਬੈਠ ਕੇ ਬੋਲਿਆ ਸੀ, ਉਸ ਤਰ੍ਹਾਂ ਹੀ ਸੁਣ ਲਿਆ। ਸਤਿਗੁਰੂ ਜੀ ਦੀ ਮਹਿਮਾ ਵੱਡੀ ਜਾਣੀ। ਬਹੁਤ ਬਲਵਾਨ ਸੂਰਮੇ ਹੋਣ ਕਰਕੇ ਅਤੀ ਕੀਰਤੀ ਮੰਨੀ। ਗੁਰੂ ਜੀ ਦੀ ਗੱਦੀ ਵਿੱਚ ਵੱਡੀ ਕਰਾਮਾਤ ਹੈ। ਹਜ਼ਾਰਾਂ ਦੇ ਹਿਰਦਿਆਂ ਵਿੱਚ ਤੁਸੀਂ ਖੁਸ਼ੀਆਂ ਭਰੀਆਂ ਹਨ। ਵੱਡੇ ਭਾਰੀ ਸ਼ਕਤੀਸ਼ਾਲੀ ਗੁਰੂ ਜੀ, ਤੁਸੀਂ ਬਹੁਤ ਬਹਾਦਰ ਹੋ। ਇੱਕ ਸ਼ੇਰ ਨੂੰ ਢਾਲ ਹੀ ਮੂੰਹ 'ਤੇ ਮਾਰ ਕੇ ਡੇਗ ਲਿਆ ਹੈ। ਜਿਵੇਂ ਵੱਡਾ ਭਾਰੀ ਸਰੀਰ ਹੈ, ਉਸ ਤਰ੍ਹਾਂ ਹਥਿਆਰ ਵੀ ਬਹੁਤ ਵੱਡੇ ਅਤੇ ਭਾਰੀ ਹਨ। ਤੁਹਾਡੀ ਬਰਾਬਰੀ ਕੌਣ ਕਰ ਸਕਦਾ ਹੈ? ਬਾਦਸ਼ਾਹ ਗੁਰੂ ਜੀ ਨੂੰ ਆਪਣੇ ਪਾਸ ਲਿਜਾ ਕੇ ਬਹੁਤ ਪ੍ਰਸੰਨ ਹੋਏ। ਗੁਰੂ ਜੀ ਹੌਲੀ ਹੌਲੀ ਪਿੱਛੇ ਹਟ ਗਏ। ਗੁਰੂ ਜੀ ਦਾ ਸਰੂਪ ਵੇਖ ਕੇ ਸ੍ਰੇਸ਼ਟ ਜਸ ਕਹਿ ਰਹੇ ਸਨ। ਗੁਰੂ ਜੀ ਨੂੰ ਬੋਲਦਿਆਂ ਸੁਣ ਕੇ ਫਿਰ ਸਨਮਾਨਿਤ ਕੀਤਾ। ਜਿਸ ਸਮੇਂ ਸ਼ਹਿਰ ਦੇ ਨੇੜੇ ਗਏ, ਬਾਦਸ਼ਾਹ ਨੇ ਹੱਥ ਜੋੜ ਕੇ ਬੰਦਨਾ ਕੀਤੀ। ਸਤਿਗੁਰੂ ਜੀ ਆਪਣੇ ਨਿੱਜੀ ਡੇਰੇ ਨੂੰ ਆ ਗਏ। ਬਾਦਸ਼ਾਹ ਕਿਲੇ ਵਿੱਚ ਆਪਣੇ ਨਿਵਾਸ ਸਥਾਨ 'ਤੇ ਚਲਾ ਗਿਆ। ਸਾਰੇ ਅਮੀਰ ਵਜ਼ੀਰ ਜਿਨ੍ਹਾਂ ਨੇ ਗੁਰੂ ਜੀ ਨੂੰ ਵੇਖਿਆ ਸੀ, ਆਪਸ ਵਿੱਚ ਮਿਲ ਕੇ ਬਹੁਤ ਜਸ ਕਰਦੇ ਸਨ। ਕਹਿੰਦੇ ਸਨ, ਬਹੁਤ ਸ਼ਕਤੀਸ਼ਾਲੀ, ਬਹਾਦਰ ਅਤੇ ਵੱਡੇ ਸੂਰਮੇ ਹਨ। ਘੋੜੇ ਤੋਂ ਉਤਰ ਕੇ ਸ਼ੇਰ ਨੂੰ ਮਾਰ ਦਿੱਤਾ ਹੈ। ਬਹਾਦਰੀ ਕਰਕੇ ਬਾਦਸ਼ਾਹ ਨੂੰ ਦਿਖਾਈ ਹੈ। ਬਾਦਸ਼ਾਹ ਨੇ ਆਪਣੇ ਮੂੰਹ ਨਾਲ ਗੁਰੂ ਜੀ ਦੀ ਕੀਰਤੀ ਗਾਈ ਹੈ। ਇਸ ਤਰ੍ਹਾਂ ਰਾਤ ਨੂੰ ਅੰਨ ਪਾਣੀ ਛਕ ਕੇ ਸਾਰਿਆਂ ਨੇ ਸੁੱਖ ਨਾਲ ਸੌਂ ਕੇ ਰਾਤ ਗੁਜ਼ਾਰੀ। ਇਸ ਪ੍ਰਕਾਰ ਗੁਰੂ ਜੀ ਨੇ ਕਈ ਦਿਨ ਦਿੱਲੀ ਵਿੱਚ ਰਹਿ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਕੁਝ ਦਿਨਾਂ ਬਾਅਦ ਗੁਰੂ ਜੀ ਦਿੱਲੀ ਤੋਂ ਕੂਚ ਕਰ ਗਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।